ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰੇ ਨ ਜਮ ਕੈ ਧਾਮ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ। ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਧਾਰ। ਜਿਉ ਸੁਪਨਾ ਅਰ ਪੇਖਨਾ, ਐਸੇ ਜਗ ਕੋ ਜਾਨ। ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਨਿਸ ਦਿਨ ਮਾਇਆ ਕਾਰਨੇ, ਪ੍ਰਾਣੀ ਡੋਲਤ ਨੀਤ। ਕੋਟਣ ਮੈਂ ਨਾਨਕ ਕੋਊ, ਨਾਰਾਇਣ ਜੇ ਚੀਤ। ਜੈਸੇ ਜਲ ਤੇ ਬੁੱਧ ਬੁਦਾ, ਉਪਜੈ ਬਿਨ ਸੈ ਨੀਤ। ਜਗ ਰਚਨਾ ਤੈਸੇ ਰਚੀ, ਕਉ ਨਾਨਕ ਸੁਨ ਮੀਤ। ਜੈਸੇ ਜਲ ਤੇ ਬੁੱਧ ਬੁਦਾ, ਉਪਜੈ ਬਿਨ ਸੈ ਨੀਤ। ਜਗ ਰਚਨਾ ਤੈਸੇ ਰਚੀ, ਕਉ ਨਾਨਕ ਸੁਨ ਮੀਤ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਜਗਤ ਪ੍ਰਸਿੱਧ ਪਾਵਨ ਰਚਨਾ ਸ਼ਲੋਕ ਮਹਿਲਾ 9ਵਾਂ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਦੀ ਪਾਵਨ ਬਾਣੀ ਦਾ ਸ਼ਿੰਗਾਰ ਨੇ ਇਹ ਪਾਵਨ ਸ਼ਲੋਕ, ਜਿਨ੍ਹਾਂ ਦੀ ਅਸੀਂ ਵਿਚਾਰ ਕਰ ਰਹੇ ਹਾਂ। ਪਿਆਰਿਓ, ਆਓ ਸ਼ਰਧਾ ਭਾਵਨਾ ਨਾਲ ਗੁਰੂ ਦੇ ਪਿਆਰ ਵਿੱਚ ਭਿੱਜੀਏ ਜੀ। ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਰਚਨਾ ਅਸੀਂ ਸਾਂਝੀ ਕਰ ਰਹੇ ਹਾਂ। ਉਹਨਾਂ ਦੀ ਮਹਾਨ ਬਖਸ਼ਿਸ਼ ਰੂਪ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਾਡੇ ਬਜ਼ੁਰਗ ਕਹਿੰਦੇ ਨੇ, ਜਿਹਦੀ ਜ਼ੁਬਾਨ ਉੱਤੇ ਫਤਿਹ, ਉਹਦੀ ਮੈਦਾਨ ਉੱਤੇ ਵੀ ਫਤਿਹ ਹੁੰਦੀ ਹੈ। ਫਤਿਹ ਜਿਸ ਇਨਸਾਨ ਦੇ ਜੀਵਨ ਵਿੱਚ ਹੋਵੇ, ਉਸ ਇਨਸਾਨ ਨੂੰ ਦੁਨੀਆ ਦੀ ਕੋਈ ਸ਼ਕਤੀ, ਕੋਈ ਤਾਕਤ ਨਹੀਂ ਹਰਾ ਸਕਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਕਰਦੇ ਹਾਂ ਅਸੀਂ। 4 ਪੌੜੀਆਂ ਅਸੀਂ ਹੁਣ ਤੱਕ 4 ਵੀਡੀਓ ਬਣਾ ਚੁੱਕੇ ਹਾਂ। ਇਹ 5ਵਾਂ ਪਾਠ ਅਸੀਂ ਆਰੰਭ ਕਰਨ ਲੱਗੇ ਹਾਂ। 20 ਸ਼ਲੋਕਾਂ ਤੱਕ ਸਾਡੀ ਵਿਚਾਰ ਕੰਪਲੀਟ ਹੋਈ ਹੈ। 21ਵੀਂ ਨੰਬਰ ਜਿਹੜਾ ਸ਼ਲੋਕ ਹੈ, ਉਹਦੀ ਆਪਾਂ ਅੱਜ ਵਿਚਾਰ ਸ਼ੁਰੂ ਕਰਨ ਲੱਗੇ ਹਾਂ। ਅਤੇ ਅੱਜ ਦੀ ਵੀਡੀਓ ਵਿੱਚ ਵੀ ਅਸੀਂ 25 ਨੰਬਰ ਸ਼ਲੋਕਾਂ ਤੱਕ ਜਾਵਾਂਗੇ। 5 ਸ਼ਲੋਕਾਂ ਦੀ ਵਿਚਾਰ ਕਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਜਿਹਬਾ ਗੁਣ ਗੋਬਿੰਦ ਭਜੋ। ਜਿਹਬਾ ਭਾਵ ਜ਼ੁਬਾਨ। ਆਪਣੀ ਜ਼ੁਬਾਨ ਨਾਲ ਪ੍ਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ, ਬੰਦੇ ਨੂੰ ਕਹਿੰਦੇ ਨੇ। ਸਾੜ ਭੁਜਤਾਂ ਆਪਾਂ ਕਰਦੇ ਹੀ ਰਹਿੰਦੇ ਹਾਂ ਜ਼ੁਬਾਨ ਨਾਲ। ਕਿਉਂ ਨਾ ਆਪਣੀ ਜ਼ੁਬਾਨ ਨਾਲ ਅਸੀਂ ਪ੍ਰਮਾਤਮਾ ਦੇ ਨਾਮ ਦਾ ਭਜਨ ਕਰੀਏ। ਜਿਵੇਂ ਗੁਰੂ ਅਮਰਦਾਸ ਸਾਹਿਬ ਕਹਿੰਦੇ, ਰਸਨਾ ਤੂੰ ਅਨ ਰਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹੇ ਮੇਰੀ ਜ਼ੁਬਾਨ, ਤੇਰੀ ਪਿਆਸ ਨਹੀਂ ਖਤਮ ਹੋਣੀ। ਰਾਹ ਦਿਨ ਇਹ ਜ਼ੁਬਾਨ ਲੁੱਤਰ ਲੁੱਤਰ ਕਰਦੀ ਰਹਿੰਦੀ ਹੈ, ਪਰ ਰੱਜਦੀ ਨਹੀਂ। ਹਰ ਰਸ ਪੱਲੇ ਪਾਏਗੀ, ਫਿਰ ਇਹ ਰੱਜੇਗੀ, ਫਿਰ ਸ਼ਾਂਤ ਹੋਏਗੀ। ਇਹ ਉੱਦਾਂ ਇਹ ਸ਼ਾਂਤ ਨਹੀਂ ਹੋਣੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਹਬਾ ਗੁਣ ਗੋਬਿੰਦ ਭਜੋ। ਹੇ ਬੰਦਿਆ, ਆਪਣੀ ਜ਼ੁਬਾਨ ਨਾਲ ਪ੍ਰਮਾਤਮਾ ਦੇ ਗੁਣਾਂ ਦਾ ਜਾਪ ਕਰਿਆ ਕਰ, ਉਹਨੂੰ ਯਾਦ ਕਰਿਆ ਕਰ, ਉਹਨੂੰ ਵਾਹ ਵਾਹ ਕਰਿਆ ਕਰ। ਕਰਨ ਸੁਨੋ ਹਰ ਨਾਮ, ਤੇ ਕੰਨਾਂ ਦੇ ਨਾਲ ਉਹਦੇ ਗੁਣਾਂ ਨੂੰ ਸੁਣਨ ਦੀ ਆਦਤ ਪਾ। ਆ 2 ਗੱਲਾਂ ਨੇ। ਜਿਹਦੀ ਜ਼ੁਬਾਨ 'ਤੇ ਕੰਟਰੋਲ ਹੋ ਗਿਆ ਨਾ,
जिस इंसान का जुबान ते कंट्रोल हो गया, 90% लड़ाइयाँ साढ़े घरां 'ਚ आई ਹੁੰਦੀਆਂ। ਅਸੀਂ उधरों सुनते हैं उधर करते हैं। जे किसी ने 2 सुनाइयां, अगले ਨੂੰ ਆਪਾਂ 4 ਬਣਾ ਕੇ ਸੁਣਾਉਂਦੇ ਹਾਂ, बस जंग हो गया, लड़ाई हो गई। ਆ ਪਿੰਡਾਂ ਥਾਵਾਂ ਦੇ ਵਿੱਚ ਇੱਕ ਦੂਜੇ ਦੇ ਗੁੱਥਮ ਗੁੱਥਾ ਆਪਾਂ ਕਿਉਂ ਹੋਏ ਹੁੰਨੇ ਆ? ਕਾਹਦੇ ਵਾਸਤੇ? ਜ਼ੁਬਾਨ ਤੋਂ ਹੋਏ ਹੁੰਨੇ। ਭਰਾਵਾਂ ਦੀ ਲੜਾਈਆਂ ਕਿਉਂ ਹੁੰਦੀਆਂ? ਜ਼ੁਬਾਨ ਤੋਂ ਹੁੰਦੀਆਂ। ਬਸ ਉਹਨੂੰ ਉਧਰੋਂ ਤੀਲੀ ਲਾਈ ਜਾਣੀ, ਉਧਰੋਂ ਤੀਲੀ ਲਾਈ ਜਾਣੀ, ਇੱਕ ਦੂਜੇ ਨਾਲ ਲੜਾ ਕੇ ਮਾਰ ਦਿੰਦੇ। ਜ਼ੁਬਾਨ ਇੰਨੀ ਮਾੜੀ ਹੁੰਦੀ। ਪਰ ਜੇ ਤਾਂ ਜਿਨ੍ਹਾਂ ਦੀ ਚੰਗੀ ਹੈ ਉਹ ਤਾਂ ਠੀਕ ਹੈ, ਪਰ ਬਹੁਤ ਐਸੇ ਲੋਕ ਹੈ ਜਿਨ੍ਹਾਂ ਦੇ ਢਿੱਡ 'ਚ ਗੱਲ ਹੀ ਨਹੀਂ ਪਚਦੀ। ਜਦੋਂ ਤੱਕ ਉਹ ਅਗਲੇ ਨੂੰ ਸੁਣਾ ਨਾ ਦੇਣ, ਉਦੋਂ ਤੱਕ ਉਹਨਾਂ ਨੂੰ ਚੈਨ ਨਹੀਂ ਆਉਂਦਾ, ਰੋਟੀ ਨਹੀਂ ਪਚਦੀ। ਤੇ ਕਈ ਐਸੇ ਲੋਕ ਹੁੰਦੇ ਹੈ ਜਿਹੜੇ ਨਾ ਪੂਰੇ ਪਿੰਡ ਵਿੱਚ ਘੁੰਮਣਗੇ ਤੇ ਹਰ ਘਰ 'ਚ ਲੜਾਈ ਪਾਈ ਜਾਣਗੇ। ਜਿਹਦੇ ਘਰੋਂ ਖਾਣਾ ਉਹਦੀ ਗੱਲ ਅਗਲੇ ਘਰ ਦੱਸਣੀ, ਅਗਲੇ ਦੀ ਅਗਲੇ ਘਰ ਦੱਸਣੀ, ਤੇ ਝਗੜੇ 'ਚ ਪੈ ਜਾਣਾ। ਤੇ ਗੁਰੂ ਸਾਹਿਬ ਇਹੀ ਸਮਝਾਉਂਦੇ ਆ, ਰੇਜੇਬਾ ਕਰੂੰ ਸਤਖੰਡ ਜਾਮਣਾ ਉਚਰਸ ਸ਼੍ਰੀ ਗੋਬਿੰਦ। ਜਿਹੜੀ ਇਹੋ ਜਿਹੀ ਜ਼ੁਬਾਨ ਹੈ, ਕਹਿੰਦੇ ਕੱਟ ਵੱਢ ਕੇ ਸੁੱਟੋ ਉਹਨੂੰ, ਜਿਹੜੀ ਮਾੜੇ ਕੰਮਾਂ 'ਚ ਪਈ ਹੋਈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਇਸ ਲਈ ਕੰਨਾਂ ਨਾਲ ਚੁਗਲੀ ਨਿੰਦਿਆ ਸੁਣਦੀ ਆਦਤ ਛੱਡੋ, ਜ਼ੁਬਾਨ ਨਾਲ ਮਾੜੇ ਬੋਲ ਬੋਲਣ ਦੀ ਆਦਤ ਛੱਡੋ, ਚੰਗੀਆਂ ਗੱਲਾਂ ਕਰੋ, ਚੰਗੀਆਂ ਗੱਲਾਂ ਕੰਨਾਂ ਨਾਲ ਸੁਣੋ। ਉਹਦੇ ਨਾਲ ਕੀ ਹੋਏਗਾ? ਤੁਹਾਡੇ ਘਰ ਪਰਿਵਾਰ ਪਿੰਡ ਸ਼ਹਿਰ ਸਭਨਾ ਜਗ੍ਹਾ 'ਤੇ ਸ਼ਾਂਤੀ ਵੀ ਰਹੇਗੀ, ਲੜਾਈ ਝਗੜੇ ਦਾ ਵੀ ਬਚਾਅ ਰਹੇਗਾ, ਤੁਹਾਡੇ ਆਪਣੇ ਅੰਦਰ ਵੀ ਸ਼ਾਂਤੀ ਰਹੇਗੀ। ਪਰ ਇਹ ਹੈ ਬੜਾ ਔਖਾ ਕੰਮ, ਕਿਉਂਕਿ ਜਿਹਨੂੰ ਆਦਤ ਪੈ ਜਾਏ ਨਾ ਗੱਲਾਂ ਕਰਨ ਦੀ ਤੇ ਗੱਲਾਂ ਸੁਣਨ ਦੀ, ਉਹ ਟਿਕਦੇ ਨਹੀਂ ਹੁੰਦੇ। ਫਿਰ ਇਸ ਗਲੀ ਤੋਂ ਉੱਠੇ ਦੂਜੀ ਗਲੀ, ਦੂਜੀ ਤੋਂ ਉੱਠੇ ਤੀਜੀ ਗਲੀ, ਇੱਕ ਘਰ ਛੱਡਿਆ ਦੂਜਾ, ਦੂਜਾ ਛੱਡਿਆ ਤੀਜਾ, ਬਸ ਉਹ ਮਾੜਾ ਉਹ ਮਾੜਾ ਉਹ ਮਾੜਾ ਉਹ ਮਾੜਾ, ਇੱਦਾਂ ਹੀ ਕਰਦੇ ਰਹਿੰਦੇ। ਕਈ ਸਾਰਾ ਦਿਨ ਫੋਨਾਂ 'ਤੇ ਲੱਗੇ ਰਹਿੰਦੇ, ਬਸ ਗੱਲਾਂ ਚੁਗਲੀ ਚੁਗਲੀ ਚੁਗਲੀ। ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਪੱਲੇ ਬੰਨ ਲਓ। ਇਹਨਾਂ ਆਦਤਾਂ ਨੇ ਸਾਡੇ ਘਰ ਪੱਟੇ ਹੈ। ਮੈਂ ਫਿਰ ਕਹਿ ਦਵਾਂ, ਇਹਨਾਂ ਆਦਤਾਂ ਨੇ ਸਾਡੇ ਘਰ ਪੱਟੇ ਹੈ, ਸਾਡੇ ਘਰਾਂ 'ਚ ਦੀਵਾਰਾਂ ਖੜੀਆਂ ਕਰਾਤੀਆਂ, ਭਰਾ ਲੜ ਕੇ ਮਰੀ ਜਾ ਰਹੇ ਹੈ, ਔਰ ਸਾਡੇ ਘਰਾਂ ਦਾ ਬੁਰਾ ਹਾਲ ਹੈ, ਪਿੰਡਾਂ ਸ਼ਹਿਰਾਂ ਥਾਵਾਂ ਦਾ ਬੁਰਾ ਹਾਲ ਹੈ। ਜਵਾਨ ਕਰਕੇ ਬੋਲੀ ਜਾਂਦੇ ਹਾਂ, ਕੰਨਾਂ ਨਾਲ ਆਪਾਂ ਗਲਤ ਸੁਣੀ ਜਾਂਦੇ ਹਾਂ। ਸੋ ਬਚਾ ਰੱਖੀਏ, ਘਰ ਵਿੱਚ ਸੁੱਖ ਸ਼ਾਂਤੀ ਰੱਖੀਏ। ਜੇਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ। ਆਪਣੀ ਜ਼ੁਬਾਨ ਨਾਲ ਪਰਮਾਤਮਾ ਦੇ ਗੁਣ ਗਾਈਏ, ਕੰਨਾਂ ਨਾਲ ਚੰਗੀਆਂ ਗੱਲਾਂ ਸੁਣੀਏ। ਕਹੋ ਨਾਨਕ ਸੁਨ ਰੇ ਮਨਾ, ਪਰੇ ਨਾ ਜਮ ਕੇ ਧਾਮ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਪਿਆਰਿਓ ਮੇਰੀ ਗੱਲ ਸੁਣੋ, ਇਹ ਕੰਮ ਕਰੋਗੇ ਤਾਂ ਜਮਾਂ ਦੇ ਵਸ ਨਹੀਂ ਪਾਓਗੇ, ਬਚਾ ਰਹੇਗਾ। ਮਾੜੇ ਕੰਮ ਕਰੋਗੇ ਮਾੜਾ ਨਤੀਜਾ, ਚੰਗੇ ਕੰਮ ਕਰੋਗੇ ਤੇ ਵਾਹਿਗੁਰੂ ਖੁਸ਼ ਹੋਏਗਾ। ਜੋ ਪ੍ਰਾਣੀ ਮਮਤਾ ਤਜੈ, ਜਿਹੜਾ ਮਨੁੱਖ, ਇਹ 22 ਨੰਬਰ ਸ਼ਲੋਕ ਦੀ ਵਿਚਾਰ ਕਰਨ ਲੱਗੇ ਆਪਾਂ ਹੁਣ। ਜੋ ਪ੍ਰਾਣੀ ਮਮਤਾ ਤਜੈ, ਜਿਹੜਾ ਇਨਸਾਨ ਆਪਣੇ ਅੰਦਰੋਂ ਮਾਇਆ ਦੀ ਮਮਤਾ ਤਿਆਗਦਾ ਹੈ, ਮੈਂ ਕਰਨ ਵਾਲੀ ਬੁੱਧੀ, ਜਿਵੇਂ ਗੁਰਬਾਣੀ ਕਹਿੰਦੀ, ਲਿਉ ਲਿਉ ਕਰਤ ਫਿਰੈ ਸਭ ਲੋਗ, ਤਾਂ ਕਾਰਨ ਵਿਆਪੈ ਇਹ ਸੋਗ। ਲਉ ਕਰਨ ਦੀ ਬਿਰਤੀ, ਮੈਂ ਕਰਨ ਦੀ ਬਿਰਤੀ ਜਿਹੜਾ ਤਿਆਗ ਦਿੰਦਾ। ਪੈਸਾ ਜ਼ਰੂਰੀ ਹੈ, ਇਹ ਗੱਲ ਨਹੀਂ ਵੀ ਪੈਸਾ ਜ਼ਰੂਰੀ ਨਹੀਂ, ਧਨ ਦੌਲਤ ਬਹੁਤ ਜ਼ਰੂਰੀ ਹੈ। ਧਨ ਦੌਲਤ ਤੋਂ ਬਗੈਰ ਕਿੱਥੇ ਗੱਡੀ ਚੱਲਦੀ ਘਰ ਦੀ, ਬਹੁਤ ਜ਼ਰੂਰੀ ਹੈ, ਪਰ ਕਿਸੇ ਲਿਮਟ ਵਿੱਚ ਹੋਵੇ ਤਾਂ। ਜੇ ਤਾਂ ਜ਼ਰੂਰਤ ਹੋਵੇ ਫਿਰ ਤਾਂ ਠੀਕ ਹੈ, ਜਦੋਂ ਭੁੱਖ ਬਣ ਜਾਏ ਉਹ ਮਾੜੀ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਹੜਾ ਬੰਦਾ ਮਮਤਾ ਛੱਡਦਾ ਹੈ, ਮੈਂ ਵਾਲੀ ਬੁੱਧੀ ਦਾ ਤਿਆਗ ਕਰਦਾ, ਲੋਭ ਮੋਹ ਅਹੰਕਾਰ, ਜਿਹਦੇ ਮਨ ਵਿੱਚੋਂ ਲੋਭ ਮੋਹ ਅਤੇ ਹੰਕਾਰ ਦਾ ਅਸਰ ਦੂਰ ਰਹਿੰਦਾ, ਭਾਵ ਕਿ ਉਹ ਹੰਕਾਰੀ ਹੋ ਕੇ ਕਿਸੇ ਦਾ ਦਿਲ ਨਹੀਂ ਦੁਖਾਉਂਦਾ। ਮੋਹ ਦੇ ਕਾਰਨ ਉਹ ਇੱਦਾਂ ਦਾ ਨਹੀਂ ਬਣਦਾ, ਸੈਲਫਿਸ਼ ਨਹੀਂ ਹੁੰਦਾ। ਲੋਭ ਦੇ ਕਾਰਨ ਉਹ ਚੋਰੀਆਂ ਠੱਗੀਆਂ ਤੇ ਲਾਲਚ ਵਸ ਵਿੱਚ ਹੋ ਕੇ ਬੇਈਮਾਨੀ ਕਰਦਾ ਨਹੀਂ, ਇੱਦਾਂ ਦਾ ਸੁਭਾਅ ਨਹੀਂ ਪਲਦਾ। ਕਹੋ ਨਾਨਕ ਆਪਣ ਤਰੈ, ਉਹ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆਪ ਤਰ ਜਾਂਦਾ ਹੈ। ਔਰਨ ਲੇਤ ਉਧਾਰ, ਉਹ ਹੋਰਨਾਂ ਨੂੰ ਵੀ ਇਹਨਾਂ ਮੰਦ ਕਰਮਾਂ ਤੋਂ ਬਚਾ ਲੈਂਦਾ ਹੈ, ਕਿਉਂਕਿ ਉਹਨੂੰ ਇਹ ਜੀਵਨ ਵਿੱਚੋਂ, ਜੀਵਨ ਦੇ ਸੰਘਰਸ਼ ਵਿੱਚੋਂ ਇਹ ਪਤਾ ਲੱਗ ਜਾਂਦਾ, ਅੱਜ ਤੱਕ ਇਸ ਰਾਹੇ ਪੈ ਕੇ ਕਦੀ ਕਿਸੇ ਨੇ ਕੁਝ ਨਹੀਂ ਖੱਟਿਆ ਤੇ ਮੈਂ ਵੀ ਕੀ ਖੱਟਾਂਗਾ। ਜਿਹੜੇ ਇਸ ਰਸਤੇ 'ਤੇ ਪਏ, ਉਹਨਾਂ ਨੇ ਆਪਣੇ ਜੀਵਨ ਨੂੰ, ਆਪਣੇ ਕਿਰਦਾਰ ਨੂੰ ਖੂਹ 'ਤੇ ਸੁੱਟ ਲਿਆ, ਜੀਵਨ ਬਰਬਾਦ ਕਰ ਲਿਆ, ਤੇ ਮੈਂ ਵੀ ਕੀ ਖੱਟ ਲਵਾਂਗਾ। ਉਹ ਇਸ ਲਈ ਇਹੋ ਜਿਹੇ ਮੰਦ ਕਰਮਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦੀ ਹੈ। ਅੱਗੇ 23 ਨੰਬਰ ਸ਼ਲੋਕ ਵਿੱਚ ਕਹਿੰਦੇ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਕਹਿੰਦੇ ਜਿਵੇਂ ਸੁੱਤੇ ਪਿਆਂ ਰਾਤ ਨੂੰ ਸੁਪਨਾ ਆਉਂਦਾ,
ਸੁਪਨੇ ਦੇ ਵਿੱਚ ਇੱਕ ਨਵੀਂ ਦੁਨੀਆ ਆਪਾਂ ਦੇਖਦੇ ਹਾਂ, ਬੜਾ ਕੁਝ ਦੇਖਦੇ ਹਾਂ, ਪਰ ਜਦੋਂ ਆਪਾਂ ਸੁਪਨਾ ਲੈ ਰਹੇ ਹੁੰਦੇ ਹਾਂ ਬੜਾ ਸ਼ਾਂਤੀ ਆਨੰਦ ਵਿੱਚ ਚੰਗਾ ਲੱਗ ਰਿਹਾ ਹੁੰਦਾ ਵੀ ਜਿਵੇਂ ਬਿਲਕੁਲ ਸਭ ਕੁਝ ਸੱਚ ਹੈ। ਪਰ ਸੁਪਨਾ ਸੱਚ ਨਹੀਂ ਹੁੰਦਾ, ਝੂਠ ਹੁੰਦਾ, ਇਸ ਲਈ ਸੁਪਨਾ ਆਖਿਆ ਗਿਆ। ਸਤਿਗੁਰੂ ਨੇ ਆਪਣੀ ਪਾਵਨ ਬਾਣੀ ਵਿੱਚ ਇੱਕ ਬਚਨ ਲਿਖਿਆ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਝੂਠੀਆਂ ਚੀਜ਼ਾਂ ਨਾਲ, ਸੁਪਨੇ ਨਾਲ ਬੰਦਾ ਚਿੱਤ ਜੋੜ ਕੇ ਬਹਿ ਗਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਵੇਂ ਸੁਪਨੇ ਵਿੱਚ ਆਪਾਂ ਜੋ ਦੇਖਦੇ ਹਾਂ ਉਹ ਸੱਚ ਨਹੀਂ ਹੁੰਦਾ, ਇਸੇ ਤਰ੍ਹਾਂ ਜਗ ਕੋ ਜਾਣ, ਇਸੇ ਤਰ੍ਹਾਂ ਇਸ ਦੁਨੀਆ ਨੂੰ ਵੀ ਸਮਝ ਕੇ ਚੱਲ। ਜਿਵੇਂ ਸੁਪਨਾ ਸੱਚ ਨਹੀਂ, ਇਹ ਦੁਨੀਆ ਵਿੱਚ ਰਹਿਣਾ ਵੀ ਸੱਚ ਨਹੀਂ ਹੈ। ਇਹ ਮੱਲ ਮਾਰ ਕੇ ਨਹੀਂ ਬਹਿਣਾ ਦੁਨੀਆ ਤੇ ਵੀ ਸਦਾ ਹੀ ਬਹਿ ਰਹਿਣਾ। ਸਾਡੇ ਵਰਗੇ ਆਏ ਤੇ ਗਏ, ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ। ਜਿੱਥੇ ਅੱਜ ਬੈਠੇ ਆ ਇੱਥੇ ਬਹਿ ਨਹੀਂ ਰਹਿਣਾ। ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕੱਤਕ ਕੂੰਜਾਂ, ਕੱਤਕ ਮਹੀਨੇ 'ਚ ਕੂੰਜਾਂ ਚੜ੍ਹ ਕੇ ਆਉਂਦੀਆਂ ਨੇ, ਸਦਾ ਨਹੀਂ ਰਹਿੰਦੀਆਂ, ਚਲੀ ਜਾਂਦੀਆਂ ਨੇ। ਚੇਤ ਡਉ, ਚੇਤ ਦੇ ਵਿੱਚ ਜੰਗਲਾਂ ਨੂੰ ਅੱਗ ਲੱਗਦੀ ਹੈ, ਸਦਾ ਨਹੀਂ ਰਹਿੰਦੀ। ਸਾਵਣ ਬਿਜਲੀਆਂ, ਸਾਵਣ ਮਹੀਨੇ 'ਚ ਮੀਂਹ ਪੈਂਦਾ ਤੇ ਬਿਜਲੀਆਂ ਕੜਕੜ ਕੜਕੜ ਕਰਦੀਆਂ ਨੇ। ਨਾ ਮੀਂਹ ਹਮੇਸ਼ਾ ਰਹਿੰਦਾ, ਨਾ ਸਾਵਣ ਰਹਿੰਦਾ ਤੇ ਨਾ ਬਿਜਲੀਆਂ ਹਮੇਸ਼ਾ ਰਹਿੰਦੀਆਂ। ਕੱਤਕ ਕੂੰਜਾਂ ਚੇਤ ਡਉ ਸਾਵਣ ਬਿਜਲੀਆਂ, ਸਿਆਲੇ ਸੁਹੰਦੀਆਂ ਪਿਰਗਲ ਬਾੜੀਆਂ। ਇਸੇ ਤਰ੍ਹਾਂ ਹੀ ਇੱਕ ਦੋ ਸਰੀਰਾਂ ਦੇ ਮਿਲਾਪ ਦੀ ਗੱਲ ਹੈ, ਉਹ ਵੀ ਸਦਾ ਨਹੀਂ ਰਹਿੰਦੇ, ਵਿਛੋੜਾ ਪੈ ਜਾਂਦਾ। ਚੱਲੇ ਚੱਲਣ ਹਾਰ ਵਿਚਾਰਾਂ ਲੈ ਮਨੋ, ਗੰਢਿੰਦਿਆਂ ਛੇ ਮਾਹ ਤੁੜੰਦਿਆਂ ਹਿੱਕ ਖਿਨੋ। ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨ ਗਏ, ਜਾਲਣ ਗੋਰਾਂ ਨਾਲ ਉਲਾਮੇ ਜੀ ਸਏ। ਸਦਾ ਕੁਝ ਵੀ ਨਹੀਂ ਰਹਿੰਦਾ ਹੈ, ਇਹ ਸਭ ਕੁਝ ਸੁਪਨਾ। ਜਿੱਥੇ ਸੰਜੋਗ ਹੈ ਉੱਥੇ ਵਿਜੋਗ ਵੀ ਹੈ, ਜਿੱਥੇ ਜਨਮ ਹੈ ਉੱਥੇ ਮੌਤ ਵੀ ਹੈ। ਬਸ ਇਹ ਜਿਸ ਦਿਨ ਪੱਲੇ ਪੈ ਗਈ ਨਾ ਗੱਲ, ਉਸ ਦਿਨ ਸਾਰੀਆਂ ਗੰਢਾਂ ਖੁੱਲ੍ਹ ਜਾਣੀਆਂ। ਇਨ ਮੈਂ ਕਛ ਸਾਚੋ ਨਹੀਂ, ਇਹਨਾਂ ਵਿੱਚੋਂ ਕੁਝ ਵੀ ਸੱਚ ਨਹੀਂ, ਭਾਵ ਸਦਾ ਰਹਿਣ ਵਾਲੀ ਚੀਜ਼ ਨਹੀਂ। ਨਾਨਕ ਬਿਨ ਭਗਵਾਨ, ਰੱਬ ਨੂੰ ਛੱਡ ਕੇ ਬਾਕੀ ਸਭ ਕੁਝ ਝੂਠ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਭਾਵੇਂ ਸਾਡੀ ਧੀ ਹੈ, ਪੁੱਤ ਹੈ, ਪਤੀ ਹੈ, ਪਤਨੀ ਹੈ, ਘਰ ਹੈ, ਮਹਿਲ ਮਾੜੀਆਂ, ਹਰ ਚੀਜ਼ ਇੱਕ ਉਹਨਾਂ ਦਾ ਸਮਾਂ ਤੈਅ, ਇੱਕ ਦਿਨ ਸਭ ਫਿਨਿਸ਼ ਹੋ ਜਾਣਾ। ਸੁਪਨਾ ਹੈ ਜਦੋਂ ਜਾਗ ਖੁੱਲ੍ਹਣੀ, ਖਤਮ ਹੋ ਜਾਣਾ, ਰੋਂਦੇ ਹੀ ਰਹਿ ਜਾਣਾ, ਆਪਣਾ ਸਦਾ ਨਹੀਂ ਰਹਿੰਦਾ। ਯਾਦਾਂ ਹੀ ਰਹਿ ਜਾਂਦੀਆਂ, ਫੋਟੋਆਂ ਹੀ ਰਹਿ ਜਾਂਦੀਆਂ, ਮੂਵੀਆਂ ਰਹਿ ਜਾਂਦੀਆਂ, ਬੰਦਾ ਸਦਾ ਨਹੀਂ ਰਹਿੰਦਾ ਪਿਆਰਿਓ, ਖਤਮ ਹੋ ਜਾਂਦਾ। ਜਿਸ ਦਿਨ ਪੱਲੇ ਪੈ ਗਈ ਨਾ ਇਹ ਗੱਲ, ਫਿਰ ਸ਼ਾਇਦ ਕੁਝ ਕਲੀਨ ਹੋਵੇ ਸਾਡੇ ਅੰਦਰੋਂ। ਮਾੜਾ ਨਹੀਂ ਕਰਨਾ ਚਾਹੀਦਾ ਕਿਸੇ ਦਾ। ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ, 24 ਨੰਬਰ ਸਲੋਕ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ, ਮਾਇਆ ਇਕੱਠੀ ਕਰਨ ਦੀ ਖਾਤਰ ਮਨੁੱਖ ਦਿਨ ਰਾਤ ਭਟਕਦਾ ਹੈ। ਨਿਸ ਭਾਵ ਰਾਤ, ਦਿਨ ਭਾਵ ਦਿਨ। ਰਾਤ ਦਿਨ ਬੰਦਾ ਇੱਕ ਕਰ ਦਿੰਦਾ, ਮਾਇਆ ਕਾਰਨੇ, ਮਾਇਆ ਦੇ ਕਰਕੇ। ਇਕੱਠਾ ਕਰੋ, ਇਕੱਠਾ ਕਰੋ, ਇਕੱਠਾ ਕਰੋ। ਕਈ ਇਸ ਲਈ ਇਕੱਠਾ ਕਰਦੇ ਹੈ, ਬੈਂਕ ਬੈਲੈਂਸ ਵਧਾਓ, ਮਿਲੀਅਨ ਬਿਲੀਅਨ ਡਾਲਰ ਜਮ੍ਹਾਂ ਕਰ ਲਓ। ਕਈ ਇਸ ਲਈ ਆਪਣੇ ਬੱਚਿਆਂ ਦਾ ਫਿਊਚਰ ਚੰਗਾ ਬਣਾਈਏ, ਮਾੜੀ ਗੱਲ ਨਹੀਂ। ਪਰ ਪੂਰੀ ਜ਼ਿੰਦਗੀ ਇਕੱਠਾ ਕਰਨ ਦੇ ਵਿੱਚ ਹੀ ਲੱਗੇ ਰਹੇ ਤੇ ਵਰਤਿਆ ਹੀ ਨਾ, ਉਹ ਵੀ ਤਾਂ ਮਾੜੀ ਗੱਲ ਹੈ। ਬੜੇ ਨੇ ਦੁਨੀਆ 'ਚ ਐਸੇ, ਦਮੜੀ ਨਹੀਂ ਖਰਚ ਕੇ ਰਾਜੀ ਹੁੰਦੇ, ਮਰ ਜਾਂਦੇ ਹੈ, ਬੈਂਕਾਂ 'ਚ ਪਿਆ ਰਹਿੰਦਾ, ਪੱਲੇ ਕੀ ਹੈ, ਕੱਖ ਨਹੀਂ। ਪਿੱਛੋਂ ਜਿਹੜੀਆਂ ਔਲਾਦਾਂ ਉਹ ਖਾ ਖਰਚ ਕੇ ਉਹ ਜਾਂਦੀਆਂ, ਲੇਕਿਨ ਆਪਾਂ ਜੋੜਦੇ ਰਹਿ ਜਾਂਦੇ। ਮੈਂ ਜੋ ਨਿੱਜੀ ਸੋਚ ਹੈ ਮੇਰੀ, ਮੈਂ ਕਹਿੰਦਾ ਨਾ, ਜੀਵਨ ਨੂੰ ਜਿਉਣਾ ਵੀ ਹੈ, ਇਹ ਲਾਈਫ ਨੂੰ ਇੰਜੋਏ ਵੀ ਕਰਨਾ, ਜਿਉਣਾ ਵੀ ਹੈ। ਲੋਕਾਂ ਦੀ ਪਰਵਾਹ ਕਰਨ ਤੋਂ ਬਗੈਰ ਜੀਓ। ਦੁਨੀਆ ਦੀ ਪਰਵਾਹ ਕਰਕੇ ਜੀਓਗੇ ਫਿਰ ਤੁਸੀਂ ਜੀਉ ਨਹੀਂ ਸਕਦੇ, ਕਿਉਂਕਿ ਲੋਕਾਂ ਨੇ ਤੁਹਾਨੂੰ ਆਪਣੇ ਮੁਤਾਬਕ ਜਿਉਣਾ ਹੈ ਵੀ ਤੁਸੀਂ ਸਾਡੇ ਮੁਤਾਬਕ ਜੀਓ ਜੀ, ਸਾਡੇ ਮੁਤਾਬਕ ਉੱਠੋ, ਸਾਡੇ ਮੁਤਾਬਕ ਬੈਠੋ, ਸਾਡੇ ਮੁਤਾਬਕ ਹੱਸੋ, ਸਾਡੇ ਮੁਤਾਬਕ ਰੋਵੋ, ਸਾਡੇ ਮੁਤਾਬਕ ਖਾਓ ਪੀਓ, ਸਾਡੇ ਮੁਤਾਬਕ ਪਹਿਨੋ, ਸਾਡੇ ਮੁਤਾਬਕ ਬੋਲੋ, ਸਾਡੇ ਮੁਤਾਬਕ ਚੁੱਪ ਰਹੋ। ਲੋਕ ਇਹੀ ਕਹਿੰਦੇ ਨੇ, ਪਰ ਹਰ ਇਨਸਾਨ ਨੂੰ ਇੱਕ ਫਰੀਡਮ ਹੈ, ਕੋਈ ਕਿਸੇ ਦਾ ਗੁਲਾਮ ਨਹੀਂ ਹੈ, ਕੋਈ ਸਲੇਬ ਨਹੀਂ ਬਣਾ ਸਕਦਾ ਕਿਸੇ ਨੂੰ। ਸੋ ਪਿਆਰਿਓ, ਇਹ ਜ਼ਿੰਦਗੀ ਨੂੰ ਜਿਉ ਕੇ ਵੀ ਜਾਣਾ, ਐਵੇਂ ਹੀ ਇੱਦਾਂ ਬੰਧਨਾਂ ਵਿੱਚ ਪੈ ਕੇ ਇਕੱਠਾ ਕਰੀ ਜਾਓ, ਕਰੀ ਜਾਓ, ਕਰੀ ਜਾਓ, ਕੱਖ ਵੀ ਨਾਲ ਨਹੀਂ ਜਾਣਾ। ਜੀਓ, ਆਨੰਦ ਲਓ, ਰੱਬ ਨੂੰ ਯਾਦ ਰੱਖੋ। ਕੋਟਣ ਮੈਂ ਨਾਨਕ ਕੋ, ਕਰੋੜਾਂ ਵਿੱਚੋਂ ਕੋਈ ਇੱਕ ਹੈ,
ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾਰਾਇਣ ਜੇ ਚੀਤ, ਜਿਸ ਦੇ ਮਨ ਵਿੱਚ ਰੱਬ ਦੀ ਯਾਦ ਟਿੱਕੀ ਰਹਿੰਦੀ ਹੈ ਤੇ ਜਿਹੜਾ ਇਸ ਸਰੀਰ ਦਾ ਖਿਆਲ ਰੱਖਦਾ ਤੇ ਰੱਬ ਨੂੰ ਯਾਦ ਰੱਖ ਕੇ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਭੋਗ ਕੇ ਵਧੀਆ ਜੀਵਨ ਬਤੀਤ ਕਰਕੇ ਇਸ ਸੰਸਾਰ ਤੋਂ, ਇਸ ਦੁਨੀਆ ਤੋਂ ਜਾਂਦਾ ਹੈ। ਆਹ ਤਾਂ ਗੱਲ ਬਣੀ। ਤੇ ਜੇ ਐਵੇਂ ਹੀ ਜੀਵਨ ਹੀ ਖਰਾਬ ਕਰਕੇ ਚਲੇ ਗਏ ਤਾਂ ਫਿਰ ਕੋਈ ਗੱਲ ਨਹੀਂ। ਅੱਗੇ ਹੈ 25 ਨੰਬਰ ਸ਼ਲੋਕ। ਜੈਸੇ ਜਲ ਤੇ ਬੁੱਧ ਬੁੱਧਾ, ਕਹਿੰਦੇ ਜਿਵੇਂ ਪਾਣੀ ਵਿੱਚੋਂ ਬੁਲਬੁਲੇ ਪੈਦਾ ਹੁੰਦੇ ਆ। ਐਗਜ਼ਾਮਪਲ ਵੇਖੋ ਬੜੀ ਪਿਆਰੀ ਆ ਗੁਰੂ ਤੇਗ ਬਹਾਦਰ ਸਾਹਿਬ ਦੀ। ਜੈਸੇ, ਜਿਸ ਤਰ੍ਹਾਂ, ਜਲ ਤੇ ਬੁੱਧ ਬੁੱਧਾ, ਪਾਣੀ ਵਿੱਚੋਂ ਬੁਲਬੁਲੇ ਪੈਦਾ ਹੁੰਦੇ ਨੇ। ਉਪਜੈ ਬਿਨਸੈ ਨੀਤ, ਨਿਤ ਹੀ ਪੈਦਾ ਹੁੰਦੇ ਨੇ, ਨਿਤ ਹੀ ਖਤਮ ਹੋ ਜਾਂਦੇ ਆ। ਪੈਦਾ ਹੁੰਦੇ ਵੀ ਵੇਖਦੇ ਆ, ਖਤਮ ਹੁੰਦੇ ਵੀ ਵੇਖਦੇ ਆ। ਬੁਲਬੁਲੇ ਪੈਦਾ ਵੀ ਹੋ ਰਹੇ ਆ, ਖਤਮ ਵੀ ਹੋ ਰਹੇ। ਪਾਣੀ 'ਚੋਂ ਲਹਿਰਾਂ ਪੈਦਾ ਵੀ ਹੋ ਰਹੀਆਂ ਨੇ, ਖਤਮ ਵੀ ਹੋ ਰਹੀਆਂ ਨੇ। ਜਗ ਰਚਨਾ ਤੈਸੇ ਰਚੀ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸ ਤਰ੍ਹਾਂ ਜਗਤ ਦੀ ਰਚਨਾ ਰਚੀ ਗਈ ਹੈ। ਭਾਵ ਕਿ ਇੱਥੇ ਬੁਲਬੁਲਿਆਂ ਵਾਂਗੂ ਜੀਵਨ ਬਣ ਵੀ ਰਿਹਾ, ਖਤਮ ਵੀ ਹੋ ਰਿਹਾ। ਲਹਿਰਾਂ ਵਾਂਗੂ ਜੀਵਨ ਬਣ ਵੀ ਰਿਹਾ, ਖਤਮ ਵੀ ਹੋ ਰਿਹਾ। ਜਿਵੇਂ ਸਤਿਗੁਰੂ ਕਹਿੰਦੇ ਕੀਤਾ ਪਸਾਓ ਏਕੋ ਕੁਆਓ, ਤਿਸ ਤੇ ਹੋਏ ਲੱਖ ਦਰਿਆਓ। ਕੀਤਾ ਪਸਾਓ, ਪਸਾਰਾ ਕੀਤਾ, ਏਕੋ ਕੁਆਓ, ਇੱਕ ਹੁਕਮ ਕਰਕੇ ਪ੍ਰਮਾਤਮਾ ਨੇ ਪਸਾਰਾ ਕੀਤਾ ਦੁਨੀਆ ਦਾ। ਉਹਦੇ ਇੱਕ ਹੁਕਮ ਤੋਂ ਤਿਸਤੇ ਹੋਏ ਲੱਖ ਦਰਿਆ, ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ। ਦਰਿਆ ਭਾਵ ਆਜੀਵਨ, ਲੱਖਾਂ ਇਸ ਜ਼ਿੰਦਗੀ ਦੇ ਦਰਿਆ ਚੱਲ ਪਏ। ਲੱਖਾਂ ਲਹਿਰਾਂ ਬਣ ਗਈਆਂ, ਪਰ ਨਾਲੋਂ ਨਾਲ ਬਣ ਰਹੀਆਂ ਨੇ, ਨਾਲੋਂ ਨਾਲ ਖਤਮ ਹੋ ਰਹੀਆਂ ਨੇ। ਇਨਸਾਨ ਆਉਂਦਾ ਦੁਨੀਆ ਵਿੱਚ, ਵਿਆਹ ਕਰਾਉਂਦਾ, ਪਤੀ ਪਤਨੀ ਮਿਲਦੇ ਨੇ, ਗਾਂ ਹੋਰ ਬੱਚੇ ਪੈਦਾ ਹੁੰਦੇ ਨੇ, ਬੱਚੇ ਜਵਾਨ ਹੋ ਰਹੇ ਹੁੰਦੇ ਨੇ, ਅਸੀਂ ਬੁੱਢੇ ਹੋ ਰਹੇ ਹੁੰਦੇ ਹਾਂ। ਬੱਚੇ ਸਾਡੇ ਬਰਾਬਰ ਹੋ ਜਾਂਦੇ ਨੇ, ਅਸੀਂ ਲੰਮੇ ਪੈ ਜਾਂਦੇ ਹਾਂ। ਜੀਵਨ ਖਤਮ। ਇੱਦਾਂ ਹੀ ਦੁਨੀਆ ਚੱਲ ਰਹੀ ਹੈ। ਨਵੇਂ ਪੱਤੇ ਆ ਰਹੇ ਨੇ, ਪੁਰਾਣੇ ਝੜਨ ਦਾ ਟਾਈਮ ਆ ਰਿਹਾ। ਇਹ ਦੁਨੀਆ ਹੈ ਹੀ ਇੱਦਾਂ ਦੀ ਹੈ। ਇਹ ਬਸ ਬੁਲਬੁਲਾ ਹੀ ਹੈ ਜੀ। ਪਾਣੀ ਦਿਆ ਬੁਲਬੁਲਿਆ ਕੀ ਮੁਨਿਆਦਾਂ ਤੇਰੀਆਂ, ਇਹ ਬੁਲਬੁਲਾ ਹੀ ਹੈ। ਪਰ ਆਪਾਂ ਐਵੇਂ ਹੰਕਾਰ ਵਿੱਚ ਰਾਤ ਦਿਨ ਤੁਰੇ ਫਿਰਦੇ ਰਹਿੰਦੇ ਹਾਂ। ਬੁਲਬੁਲੇ ਦਾ ਕੀ ਪਤਾ ਹੈ ਕਦੋਂ ਬਣਿਆ ਤੇ ਕਦੋਂ ਪੜਕ ਖਤਮ ਹੋ ਗਿਆ। ਸਤਿਗੁਰ ਕਹਿੰਦੇ ਜਗ ਰਚਨਾ ਤੈਸੇ ਰਚੀ, ਇਸ ਤਰ੍ਹਾਂ ਇਸ ਜਗਤ ਦੀ ਰਚਨਾ ਰਚੀ ਗਈ ਹੈ। ਕਹੋ ਨਾਨਕ ਸੁਣ ਮੀਤ, ਮੈਂ ਨਾਨਕ ਕਹਿ ਰਿਹਾ, ਹੇ ਮੇਰਿਆ ਮਿੱਤਰਾ ਸੁਣ, ਇਸ ਗੱਲ ਨੂੰ ਪੱਲੇ ਬੰਨ੍ਹ ਲੈ। ਇਹ ਦੁਨੀਆ ਇਸ ਤਰ੍ਹਾਂ ਦੀ ਹੈ। ਇਸ ਲਈ ਸਮਝਾਇਆ ਗਿਆ ਬੰਦੇ ਬੰਦਾ ਹੀ ਬਣ ਕੇ ਰਹਿ, ਰੱਬ ਬਣਨ ਦੀ ਕੋਸ਼ਿਸ਼ ਨਾ ਕਰ। ਰੱਬ ਬਣਨ ਦੀ ਕੋਸ਼ਿਸ਼ ਕਰੇਗਾ ਮਾਰ ਖਾਏਗਾ। ਜੇ ਬੰਦਾ ਬਣੇਗਾ ਤੇ ਫਿਰ ਪਰਮਾਤਮਾ ਦੇ ਘਰੋਂ ਵੀ ਰਹਿਮਤਾਂ ਲਵੇਂਗਾ, ਤੂੰ ਚੰਗੇ ਕੰਮ ਕਰੇਗਾ ਤਾਂ। ਸੋ ਆਓ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ, ਉਹਨਾਂ ਦੇ ਇਹ ਬਹੁਤ ਹੀ ਮਿੱਠੜੇ ਅਤੇ ਪਿਆਰੇ ਬੋਲ ਆਪਾਂ ਆਪਣੀ ਜ਼ਿੰਦਗੀ ਵਿੱਚ ਢਾਲੀਏ ਤੇ ਆਪਣੇ ਜੀਵਨ ਨੂੰ ਸਫਲ ਬਣਾਈਏ। ਇਤਨੀਆਂ ਬੇਨਤੀਆਂ ਸਵੀਕਾਰ ਕਰੋ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।